राती सुख हुए दिन रात, सुख हुए दिन राती, सुख हुए दिन रात। प्रणवत नानक हुक्म पछाणे, प्रणवत नानक हुक्म पछाणे, सुख हुए दिन राती, सुख हुए दिन राती, सुख हुए दिन राती, सुख हुए दिन रात। जियड़ा आगन बराबर तपे, पीतर बगे ताती, पीतर बगे ताती। सुख होवे दिन राती, सुख होवे दिन राती, सुख होवे दिन राती, सुख होवे दिन राती। कत की माई बाप कत केरा, ई दूता हो हम आए। अगन बिंब जल पीतर निपजे, काहे कम उपाय। मेरे साहेबा, मेरे साहेबा, कौन जाने गुण तेरे, कहे न जानी अवगुण मेरे, कहे न जानी अवगुण मेरे। जानी अवगुण मेरे, जानी अवगुण मेरे। सुख होवे दिन राती, सुख होवे दिन राती, सुख होवे दिन राती, सुख होवे दिन राती। प्रणवत नानक हुक्म पछाणे, प्रणवत नानक हुक्म पछाणे, प्रणवत नानक हुक्म पछाणे, प्रणवत नानक हुक्म पछाणे। सुख होवे दिन राती, सुख होवे दिन राती, सुख होवे दिन राती, सुख होवे दिन राती। केते रुख बिरख हम चीले, केते पशु उपाय, केते नाग कुली में आए, केते पंख उड़ाए। हट पटण बिज मंदर पन्न, कर चोरी कर अगों देख पिछों देख, तुझ ते कहाँ छपावे।
ਛਪਾਵੇ, ਤੁਝ ਤੇ ਕਾਹਾ ਛਪਾਵੇ, ਤੁਝ ਤੇ ਕਾਹਾ ਛਪਾਵੇ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੇ, ਪ੍ਰਣਵਤ ਨਾਨਕ ਹੁਕਮ ਪਛਾਣੇ, ਪ੍ਰਣਵਤ ਨਾਨਕ ਹੁਕਮ ਪਛਾਣੇ, ਪ੍ਰਣਵਤ ਨਾਨਕ ਹੁਕਮ ਪਛਾਣੇ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ। ਤਟ ਤੀਰਥ ਹਮ ਨਵਖੰਡ ਦੇਖੇ, ਹਟ ਪਟਣ ਬਾਜ਼ਾਰਾ, ਲੈ ਕੇ ਤਕੜੀ ਤੋਲਣ ਲਾਗਾ, ਕੱਟ ਹੀ ਮੈਂ ਬਣ ਜਾਰਾ, ਕੱਟ ਹੀ ਮੈਂ ਬਣ ਜਾਰਾ। ਚੇਤਾ ਸਮੁੰਦਰ ਸਾਗਰ ਨੀਰ ਭਰਿਆ, ਚੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਆਗਣ ਹਮਾਰੇ। ਚੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਆਗਣ ਹਮਾਰੇ। ਚੇਤਾ ਸਮੁੰਦਰ ਸਾਗਰ ਨੀਰ ਭਰਿਆ, ਚੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਆਗਣ ਹਮਾਰੇ। ਦਇਆ ਕਰੋ ਕੁਛ ਮੇਰ ਉਪਾਵੋ, ਡੁੱਬਦੇ ਪੱਥਰ ਦਾ। ਹਮ ਆਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਰਾਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਇਹ ਮਿਲਤ ਜਨ ਦਾਸ ਮੁਕਾਈ। ਇੱਕ ਅਰਦਾਸ ਪਾਠ ਕੀਰਤ ਕੀ, ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਆਗਣ ਹਮਾਰੇ। ਗੁਰੂ ਰਾਮਦਾਸ ਰਾਖੋ ਸਰਨਾਈ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਬੋਲੇ, ਨਾਨਕ ਕਰਕੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਆਗਣ ਹਮਾਰੇ। ਦਇਆ ਕਰੋ ਕਿਛ ਮੇਰ ਪਾਵੋ, ਦਇਆ ਕਰੋ
दे पत्थर ता। हम ढोलक बेड़ी पाप परी है, पवन लगे मत जान। सन्मुख सिद्ध पेटन को आए, नेचो दे बढ़िया। गुर तार तारण हारिया, गुर तार तारण हारिया। देह भगत पूरन अविनाशी, हाँ तुझको बलिहारिया, हाँ तुझको बलिहारिया। जीड़ा अग्न बराबर तपे, भीतर बगे काती। प्रणवत नानक हुक्म पछाणे, सुख होवे दिन राती। सुख होवे दिन राती, सुख होवे दिन राती। सुख होवे दिन राती, सुख होवे दिन राती। प्रणवत नानक हुक्म पछाणे, प्रणवत नानक हुक्म पछाणे। प्रणवत नानक हुक्म पछाणे, प्रणवत नानक हुक्म पछाणे। सुख होवे दिन राती, सुख होवे दिन राती। सुख होवे दिन राती, सुख होवे दिन राती। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿਨੋ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੇ ਸੌ ਚੰਦਾ ਉਗਵਹਿ, ਸੂਰਜ ਚੜੇ ਹਜ਼ਾਰ। ਇਤੇ ਚਾਨਣ ਹੁੰਦੇ ਆ, ਗੁਰ ਬਿਨ ਘੋਰ ਅੰਧਾਰ। ਸਤਿਗੁਰ ਹੋਏ ਦਇਆਲ, ਤਾਂ ਸ਼ਰਧਾ ਪੂਰੀਐ। ਸਤਿਗੁਰ ਹੋਏ ਦਇਆਲ, ਨਾ ਕਬਹੂ ਝੂਰੀਐ। ਸਤਿਗੁਰ ਹੋਏ ਦਇਆਲ, ਤਾਂ ਦੁਖ ਨਾ ਜਾਣੀਐ। ਸਤਿਗੁਰ ਹੋਏ ਦਇਆਲ, ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ, ਤਾਂ ਜਮ ਕਾ ਡਰ ਕੇਹਾ। ਸਤਿਗੁਰ ਹੋਏ ਦਇਆਲ, ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ, ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ, ਤਾਂ ਸੱਚ ਸਮਾਈਐ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਜੋ ਹਫ਼ਤਾਵਾਰੀ ਦੀਵਾਨ ਇਸ ਅਸਥਾਨ ਤੇ ਸਜਾਏ ਜਾਂਦੇ ਨੇ। ਅੱਜ ਉਚੇਚੇ ਤੌਰ ਤੇ ਤੁਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਸਾਡਾ ਇਹ ਕੱਢਿਆ ਹੋਇਆ ਸਮਾਂ, ਗੁਰੂ ਦੀ ਗੋਦ ਵਿੱਚ ਬੈਠਿਆ ਹੋਇਆ ਸਮਾਂ ਸਾਡਾ ਲੇਖੇ ਵਿੱਚ ਲੱਗ ਜਾਏ। ਗੁਰੂ ਘਰ ਦਾ ਹਜ਼ੂਰੀ ਜਥਾ ਭਾਈ ਲਾਖਨ ਸਿੰਘ ਜੀ ਆਪ ਸੰਗਤਾਂ ਨੂੰ ਸ਼ਬਦ ਸਰਵਣ ਕਰਵਾ ਕੇ ਗਏ ਨੇ। ਸੁਖ ਹੋਵੈ ਦਿਨ ਰਾਤੀ, ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਹਰੇਕ ਬੰਦਾ ਸੁਖ ਚਾਹੁੰਦਾ। ਵੈਸੇ ਫਗਵਾੜੇ ਦੀਆਂ ਸੰਗਤਾਂ ਵੱਲੋਂ ਨਾ ਅੱਜ ਇਸ ਅਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਵਡਿਆਈ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹਿੰਦੇ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਉਹ ਭਾਰੀ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਫਗਵਾੜੇ ਦੀਆਂ ਸੰਗਤਾਂ ਵੱਲੋਂ ਅੱਜ ਇਸ ਪਾਵਨ ਅਸਥਾਨ ਤੇ ਮਨਾਇਆ ਜਾ ਰਿਹਾ। ਅੰਮ੍ਰਿਤ ਵੇਲੇ ਸਹਿਜ ਪਾਠ ਦੇ ਭੋਗ ਪਾਏ ਗਏ ਨੇ। ਉਪਰੰਤ ਅੱਜ ਦੇ ਸਾਰੇ ਦੀਵਾਨ ਇਸੇ ਸੰਬੰਧ ਵਿੱਚ ਸਜਾਏ ਜਾਣੇ ਨੇ। ਕੇਵਲ ਮੈਂ 1 ਮਿੰਟ ਦੀ ਅਰਜ਼ ਕਰਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਕੁਝ ਆਪ ਸੰਗਤਾਂ ਦੇ ਨਾਲ ਬਚਨ ਸਾਂਝੇ ਕਰਨੇ ਨੇ। ਗੁਰਮੁਖ ਪਿਆਰੇ ਨੇ ਸ਼ਬਦ ਸਰਵਣ ਕਰਵਾਇਆ ਸੀ, ਪਰਣਵਤ ਨਾਨਕ ਹੁਕਮ ਪਛਾਣੇ, ਸੁਖ ਹੋਵੈ ਦਿਨ ਰਾਤੀ। ਕਿਹੜਾ ਬੰਦਾ ਜਿਹੜਾ ਆਣ ਕੇ ਇਹ ਨਹੀਂ ਕਹਿੰਦਾ ਮਹਾਰਾਜ ਮੇਰੀ ਜ਼ਿੰਦਗੀ ਵਿੱਚ ਸੁੱਖ ਆ ਜਾਣ, ਦੁੱਖ ਨਿਕਲ ਜਾਣ। ਪਰ ਸਵਾਲ ਪੈਦਾ ਹੁੰਦਾ, ਸੁੱਖ ਆਉਣ ਕਿਵੇਂ? ਕਿਵੇਂ ਸਾਡੀ ਜ਼ਿੰਦਗੀ ਵਿੱਚ ਸੁੱਖ ਆ ਸਕਦਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੁੱਛੀਏ। ਉਹ ਕਹਿਣ ਲੱਗੇ, ਸਿੱਖਾ ਜੇ ਸੁੱਖ ਚਾਹੁੰਦਾ ਹੈ ਨਾ, ਸੁੱਖ ਤੇ ਸੁੱਖ ਪਰਮਾਤਮਾ ਦੇ ਨਾਮ ਵਿੱਚੋਂ ਮਿਲਣਾ। ਹਾਲਾਂਕਿ ਸਾਡਾ ਭੁਲੇਖਾ ਪਤਾ ਕੀ, ਅਸੀਂ ਕਹਿੰਦੇ ਨਹੀਂ, ਸੰਸਾਰ ਦੇ ਵਿੱਚ ਉਹ ਬੰਦਾ ਸੁਖੀ ਹੈ ਜਿਸ ਬੰਦੇ ਕੋਲ ਧਨ ਦੌਲਤ ਦੇ ਅੰਬਾਰ ਲੱਗੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੁਰਮੁਖ। ਮਾਇਆ ਹੋਵੇ, ਧਨ ਦੌਲਤ ਹੋਵੇ ਤੇ ਸੁੱਖ ਘਰ ਦੇ ਵਿੱਚ ਆ ਜਾਂਦੇ ਨੇ। ਪਰ ਜਿਹੜਾ ਮਾਇਆ ਦੇ ਨਾਲ ਸੁੱਖ ਆਉਂਦਾ ਕੇਵਲ ਤਨ ਦਾ ਸੁੱਖ, ਜੇ ਮਨ ਦਾ ਸੁੱਖ ਨਹੀਂ। ਮਨ ਕਰਕੇ ਤੇ ਤਨਾੜ ਬੰਦਾ ਵੀ ਸਾਰਾ ਦਿਨ ਕਰੁੱਝਦਾ ਰਹਿੰਦਾ, ਅੰਦਰ ਸੜਦਾ ਰਹਿੰਦਾ, ਅੰਦਰੋਂ ਦੁਖੀ ਹੈ। ਤਨ ਦਾ ਸੁੱਖ ਤੇ ਬਾਹਰ ਦੇ ਪਦਾਰਥਾਂ ਨਾਲ ਮਿਲ ਜਾਏਗਾ, ਪਰ ਮਨ ਦਾ ਸੁੱਖ ਗੁਰਮਖੋ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੁੱਛੀਏ, ਕਹਿਣ ਲੱਗੇ ਉਹ ਕੇਵਲ ਪਰਮਾਤਮਾ ਦੇ ਨਾਮ ਵਿੱਚੋਂ ਮਿਲਦਾ। ਸਾਡੇ ਅੰਦਰ ਦਾ ਭੁਲੇਖਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੱਢਿਆ। ਮਹਾਰਾਜ ਕਹਿਣ ਲੱਗੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਤੇ ਸੁਖੀ ਕੌਣ ਹੈ ਮਹਾਰਾਜ ਜੀ? ਜੇ ਇੱਕ ਰਾਜ ਭਾਗ ਲੈਣ ਵਾਲਾ ਵੀ ਦੁਖੀ ਏ, ਜਿਹਦੇ ਘਰ ਦੇ ਖਜ਼ਾਨੇ ਤੋਸ਼ੇ ਖਾਨੇ ਭਰੇ ਪਏ ਨੇ। ਤੁਸੀਂ ਕਹਿੰਦੇ ਜੇ ਉਹ ਰਾਜਾ ਦੁਖੀ ਹੈ ਤੇ ਜੇ ਰਾਜ ਭਾਗ ਲੈ ਕੇ ਵੀ ਦੁਖੀ ਹੈ ਤੇ ਸੁਖੀ ਕੌਣ ਹੈ? ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਉਹ ਸੁਖੀ ਜੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੈ ਸੁਖੀਆ। ਮੈਂ ਇਸ ਕਰਕੇ ਬਚਨ ਸਾਂਝੇ ਕਰਨ ਲੱਗਾ ਕਿਉਂਕਿ ਤੁਸੀਂ ਸ਼ਬਦ ਸਰਵਣ ਕੀਤਾ ਹੈ, ਤੁਸੀਂ ਅੰਦਰੋਂ ਟਿਕੇ ਪਏ ਹੋ। ਤੇ ਜਦੋਂ ਟਿਕਿਆ ਹੋਇਆ ਮਨ ਹੋਵੇ ਨਾ, ਉਦੋਂ ਗੁਰੂ ਦੇ ਬਚਨ ਬੜਾ ਅਸਰ ਕਰਦੇ ਨੇ। ਸੁੱਖ ਹੋਵੇ ਦਿਨ ਰਾਤੀ। ਮਹਾਰਾਜ ਕਹਿਣ ਲੱਗੇ, ਦਿਨੇ ਵੀ ਸੁੱਖ ਮਿਲ ਜਾਏਗਾ, ਰਾਤ ਵੀ ਸੁੱਖ ਮਿਲ ਜਾਏਗਾ, ਪਰ ਕਦੋਂ? ਉਹ ਜਦੋਂ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਓ। ਤੁਸੀਂ ਸੁਖਮਣੀ ਸਾਹਿਬ ਦਾ ਜਾਪ ਕਰਦੇ ਹੋ, ਕਿਤੇ ਪਹਿਲੀ ਪੰਕਤੀ ਨੂੰ ਅਸੀਂ ਪੜ੍ਹ ਕੇ ਹਿਰਦੇ ਵਿੱਚ ਵਸਾ ਲਈਏ। ਕਿਵੇਂ ਸੁੱਖ ਮਿਲਣਾ ਹੈ? ਮਹਾਰਾਜ ਕਹਿਣ ਲੱਗੇ, ਆ ਤੈਨੂੰ ਦਸੀਏ, ਸਿਮਰੋ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਏ ਮਿਟਾਓ। ਇੱਕ ਪੰਕਤੀ ਵਿੱਚ ਮਹਾਰਾਜ ਜੀ ਨੇ ਸਾਡੀ ਤਸੱਲੀ ਕਰਾ ਕੇ ਰੱਖ ਦਿੱਤੀ। ਜੇ ਸੁੱਖ ਚਾਹੁੰਦਾ ਫਿਰ ਸਿਮਰਿਆ ਕਰ, ਜੇ ਸੁੱਖ ਚਾਹੁੰਦਾ ਤੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਕਰ। ਨਾਮ ਵਿੱਚੋਂ ਸੁਖ ਹੈ, ਪਦਾਰਥਾਂ ਵਿੱਚੋਂ ਸੁਖ ਨਹੀਂ।
ਇਸੇ ਕਰਕੇ ਹਿੰਦੀ ਦੇ ਵਿਦਵਾਨ ਨੇ ਬੜੇ ਸੋਹਣੇ ਬਚਨ ਲਿਖੇ ਨੇ। ਉਹ ਕਹਿੰਦੇ ਨੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਗਰਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕਾ ਦਾਸ। ਜਿਹੜੇ ਹਰੀ ਦੇ ਦਾਸ, ਜਿਹੜੇ ਵਾਹਿਗੁਰੂ ਦੇ ਦਾਸ, ਜਿਹੜੇ ਨਾਮ ਵਿੱਚ ਜੁੜ ਜਾਂਦੇ ਨੇ, ਉਹਨਾਂ ਦੇ ਅੰਦਰ ਗੁਰਮੁਖੋ ਉਹ ਸੁਖ ਟਿਕਦਾ ਜੇ, ਜਿਸ ਸੁਖ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਅਬਨਾਸੀ ਖੇਮ ਚਾਹੇ ਜੇ ਨਾਨਕ। ਟੋਡੀ ਮਹੱਲਾ ਪੰਜਵਾਂ। ਇਹ ਸ਼ਬਦ ਇੱਥੋਂ ਸ਼ੁਰੂ ਹੁੰਦਾ, ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਜਨਮ ਮਰਨ ਦੋਹੂ ਤੇ ਛੁਟੈ, ਭਵਜਲ ਜਗਤ ਤਰਾਇਣ। ਅਬਨਾਸੀ ਖੇਮ ਚਾਹੇ ਜੇ ਨਾਨਕ। ਅਬਨਾਸੀ ਦੇ ਅਰਥ ਨੇ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਖੇਮ ਦੇ ਅਰਥ ਨੇ ਖੇੜਾ, ਸੁੱਖ। ਕਹਿਣ ਲੱਗੇ ਉਹ ਸੁੱਖ ਚਾਹੁੰਦਾ ਨਾ ਜਿਹੜਾ ਕਦੀ ਸਾਡਾ ਸਾਥ ਨਾ ਛੱਡੇ, ਤੇ ਫਿਰ ਨਾਰਾਇਣ ਨੂੰ ਸਿਮਰਿਆ ਕਰ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦਾ ਆਗਮਨ ਪੁਰਬ ਗੁਰਮੁਖੋ ਸਨ 1595 ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਸਤਿਕਾਰਯੋਗ ਮਾਤ ਗੰਗਾ ਜੀ ਦੀ ਕੁੱਖ ਦੇ ਵਿੱਚੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਮਨਾਉਂਦੇ ਹਨ, ਤੇ ਸਾਡੇ ਸਿੱਖ ਵਿਦਵਾਨ ਇਸ ਘਟਨਾ ਦਾ ਜ਼ਿਕਰ ਜ਼ਰੂਰ ਕਰਦੇ ਨੇ। ਅੱਜ ਭਾਵੇਂ ਬੰਦੇ ਕਈ ਤਰਕ ਕਰੀ ਜਾਂਦੇ ਨੇ, ਪਰ ਭਾਵਨਾ ਵਾਲੇ ਅੱਜ ਵੀ ਉਸ ਘਟਨਾ ਨੂੰ ਸਾਂਭ ਕੇ ਬੈਠੇ ਨੇ। ਉਹ ਕਹਿਣ ਲੱਗੇ, ਨਹੀਂ, ਇੱਕ ਬੋਲ ਕੰਨੀ ਪਿਆ ਸੀ ਦਾਸੀ ਦਾ, ਮਾਤ ਗੰਗਾ ਜੀ ਦੇ। ਉਹ ਦਾਸੀ ਕੌਣ ਸੀ? ਪ੍ਰਿਥੀ ਦੇ ਘਰ ਦੇ ਵਿੱਚ ਕੰਮ ਕਰਨ ਵਾਲੀ। ਤੇ ਪ੍ਰਿਥੀ ਦੇ ਘਰ ਵਾਲੀ ਨੇ ਇੰਨੇ ਬਚਨ ਕਹਿ ਦਿੱਤੇ ਸੀ, ਕਹਿਣ ਲੱਗੇ, ਸਾਈਂ ਜੀ, ਜੇ ਕਿਤੇ ਤੁਸੀਂ ਗੁਰੂ ਪਿਤਾ ਦੀ ਸੇਵਾ ਕੀਤੀ ਹੁੰਦੀ, ਜੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਮੰਨਿਆ ਹੁੰਦਾ, ਅੱਜ ਗੁਰਤਾ ਗੱਦੀ ਦੇ ਵਾਰਸ ਤੁਸੀਂ ਹੁੰਦੇ, ਤੇ ਜਿਹੜੇ ਕੀਮਤੀ ਦੁਸ਼ਾਲੇ ਬਸਤਰ ਅੱਜ ਮਾਤ ਗੰਗਾ ਦੇ ਘਰ ਦੇ ਵਿੱਚ ਨੇ, ਮੇਰੇ ਘਰ ਦੇ ਵਿੱਚ ਹੁੰਦੇ। ਤੇ ਪ੍ਰਿਥੀ ਨੇ ਇੱਕ ਆਪਣੀ ਜ਼ਬਾਨ ਤੋਂ ਬਚਨ ਕਹਿ ਦਿੱਤਾ ਸੀ, ਭਾਗਵਾਨੇ ਕੋਈ ਗੱਲ ਨਹੀਂ, ਜੇ ਹੁਣ ਮੈਂ ਗੁਰਤਾ ਗੱਦੀ ਨਹੀਂ ਲੈ ਸਕਿਆ, ਕਹਿਣ ਲੱਗੇ, ਅਰਜੁਨ ਦੇ ਘਰ ਦੇ ਵਿੱਚ ਕਿਹੜੀ ਔਲਾਦ ਹੋਣੀ ਹੈ? ਇਹਨਾਂ ਤੋਂ ਬਾਅਦ ਤੇ ਮੇਰੇ ਪੁੱਤਰ ਨੇ ਗੁਰਤਾ ਗੱਦੀ ਦਾ ਵਾਰਸ ਬਣਨਾ। ਇਹ ਬੋਲ ਦਾਸੀ ਦੇ ਕੰਨੀ ਪਈ। ਦਾਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਗਈ। ਮਾਤ ਗੰਗਾ ਜੀ ਨੂੰ ਕੇਵਲ ਇੰਨੇ ਬਚਨ ਕਹਿ ਸੀ, ਮਾਂ ਅੱਜ ਮੈਂ ਸ਼ਰੀਕਾਂ ਦੇ ਬੋਲ ਸੁਣ ਕੇ ਆਈ ਹਾਂ। ਪੁੱਛਿਆ ਜੀ ਕੀ ਕਿਹਾ ਉਹਨਾਂ ਨੇ? ਕਹਿਣ ਲੱਗੇ, ਇਹਨਾਂ ਦੇ ਘਰ ਦੇ ਵਿੱਚ ਕਿਹੜੀ ਔਲਾਦ ਹੋਣੀ ਏ? ਇਹ ਗੁਰਤਾ ਗੱਦੀ ਪਰਤ ਕੇ ਮੇਰੇ ਪੁੱਤਰ ਕੋਲ ਹੀ ਆਉਣੀ। ਇਸ ਤੋਂ ਪਹਿਲਾਂ ਹੋ ਸਕਦਾ ਮਾਤ ਗੰਗਾ ਦੇ ਮਨ ਵਿੱਚ ਕਦੀ ਵਿਚਾਰ ਨਾ ਆਈ ਹੋਵੇ, ਪਰ ਅੱਜ ਬੋਲ ਕੰਨੀ ਪਏ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਮ ਦੇ ਸਮੇਂ ਦੀਵਾਨ ਦੀ ਸਮਾਪਤੀ ਕਰਕੇ ਆਪਣੇ ਮਹੱਲਾਂ ਵਿੱਚ ਆਏ ਨੇ। ਸਤਿਕਾਰਯੋਗ ਮਾਤ ਗੰਗਾ ਜੀ ਨੇ ਚਰਨ ਪਰਸੇ ਨੇ ਪਤੀ ਗੁਰੂ ਦੇ। ਇੱਕ ਬੇਨਤੀ ਕੀਤੀ, ਸਤਿਗੁਰੂ, ਲੋਕਾਂ ਦੀਆਂ ਝੋਲੀਆਂ ਦਾਤਾਂ ਨਾਲ ਭਰੀ ਜਾਂਦੇ ਹੋ, ਕਦੇ ਮੇਰੀ ਝੋਲੀ ਵਿੱਚ ਵੀ ਦਾਤ ਪੈ? ਪੁੱਛਿਆ, ਗੰਗਾ ਕਿਹੜੀ ਦਾਤ? ਸਭ ਕੁਝ ਪ੍ਰਮਾਤਮਾ ਨੇ, ਗੁਰੂ ਨਾਨਕ ਨੇ ਬਖਸ਼ਿਆ ਹੈ। ਕਹਿਣ ਲੱਗੇ, ਸ਼ਰੀਕਾਂ ਦੇ ਬੋਲ ਕੰਨੀ ਪਏ ਨੇ। ਅੱਜ ਮਨ ਵਿੱਚ ਆਇਆ, ਜਿਹੜੇ ਸਤਿਗੁਰੂ ਲੋਕਾਂ ਦੀਆਂ ਝੋਲੀਆਂ ਭਰਦੇ ਪਏ ਨੇ, ਅੱਜ ਮੈਂ ਦੋਨੇ ਹੱਥ ਫੈਲਾ ਕੇ ਉਸ ਗੁਰੂ ਕੋਲੋਂ ਦਾਤ ਮੰਗਾਂਗੀ। ਪੁੱਛਿਆ, ਕਿਹੜੀ? ਕਹਿਣ ਲੱਗੇ, ਪੁੱਤਰ ਦੀ ਦਾਤ ਝੋਲੀ ਵਿੱਚ ਪਾਓ। ਗੁਰੂ ਅਰਜਨ ਦੇਵ ਮਹਾਰਾਜ ਜੀ ਖਾਮੋਸ਼ ਹੋ ਗਏ ਤੇ ਬਚਨ ਕਹਿ ਦਿੱਤੇ ਸੀ, ਗੰਗਾ ਜਾ ਫਿਰ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਕੋਲ, ਉਹ ਅਰਦਾਸ ਕਰਨਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਵਰਤਣਗੀਆਂ। ਹਾਲਾਂਕਿ ਲੋਕ ਕਹਿੰਦੇ ਨੇ ਵੀ ਬਾਬਾ ਬੁੱਢਾ ਜੀ ਕੋਲੋਂ ਅਰਦਾਸ ਕਿਉਂ ਕਰਾਈ? ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਕਹਿੰਦੇ ਨੇ, ਮਾਨੁਖ ਕੀ ਟੇਕ ਬਿਰਤੀ ਸਭ ਜਾਣ, ਦੇਵਨ ਕੋਇ ਕੇ ਭਗਵਾਨ। ਗੁਰਮੁਖੋ ਇੱਕ ਬਚਨ ਚੇਤੇ ਰੱਖਿਆ ਜੇ, ਮਨੁੱਖ ਦੇ ਵਿੱਚ ਤੇ ਬੰਦਗੀ ਕਰਨ ਵਾਲੇ ਵਿੱਚ ਬੜਾ ਫਰਕ ਜੀ। ਬਾਬਾ ਬੁੱਢਾ ਜੀ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6 ਗੁਰੂ ਸਾਹਿਬਾਨਾਂ ਦੇ ਆਪਣੇ ਨੇਤਰਾਂ ਨਾਲ ਦਰਸ਼ਨ ਕੀਤੇ। ਤੇ ਕੱਲੇ ਦਰਸ਼ਨ ਨਹੀਂ ਕੀਤੇ, 6 ਗੁਰੂ ਸਾਹਿਬਾਨਾਂ ਦੀ ਗੋਦ ਨੂੰ ਮਾਣਿਆ, ਉਹਨਾਂ ਦੀ ਕਿਰਪਾ ਦੇ ਪਾਤਰ ਬਣ ਗਏ ਨੇ। ਉਹ ਮਹਾਨ ਬਖਸ਼ਿਸ਼
ਜਿਹਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਜਪਿਆ ਹੋਵੇ, ਗੁਰਮੁਖੋ ਦਾ ਮੁਕਾਬਲਾ ਮਨੁੱਖ ਕੀ ਕਰ ਸਕਦਾ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹੋ, ਉਹ ਬੰਦਗੀ ਕਰਨ ਵਾਲਿਆਂ ਦੀ ਵਡਿਆਈ ਵਿੱਚ ਆਪਣੀ ਰਸਨਾ ਤੋਂ ਬਚਨ ਕਹਿੰਦੇ ਨੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ। ਕਿਹੜੇ ਗੁਰਸਿੱਖ ਦੀ ਧੂੜ? ਗੁਰੂ ਰਾਮਦਾਸ ਮਹਾਰਾਜ ਜੀ ਮੰਗਦੇ ਨੇ। ਕਹਿ ਲੱਗੇ ਉਹ ਗੁਰਸਿੱਖ ਜਿਹੜਾ ਆਪ ਨਾਮ ਜਪਦਾ ਤੇ ਲੋਕਾਂ ਨੂੰ ਜਪਾਉਂਦਾ। ਉਹ ਐਸੇ ਮਹਾਨ ਬਜ਼ੁਰਗ ਬਾਬਾ ਬੁੱਢਾ ਜੀ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਖੈਰ, ਮਾਤ ਗੰਗਾ ਜੀ ਨੇ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਹੈ। ਅੱਜ ਗਏ ਨੇ ਉਸ ਮਹਾਂਪੁਰਖ ਦੇ ਕੋਲ ਬਾਬਾ ਬੁੱਢਾ ਜੀ। ਇੱਥੋਂ ਤੱਕ ਵੀ ਵਿਦਵਾਨਾਂ ਨੇ ਲਿਖਿਆ ਵੀ ਅੱਸੂ ਦਾ ਮਹੀਨਾ ਸੀ ਤੇ ਪੰਜਾਬ ਦੇ ਵਿੱਚ ਉਸ ਵੇਲੇ ਝੋਨੇ ਦੀ ਖੇਤੀ ਦਾ ਜ਼ੋਰ ਹੁੰਦਾ। ਕਹਿਣ ਲੱਗੇ ਜਿਸ ਵੇਲੇ ਬਾਬਾ ਬੁੱਢਾ ਜੀ ਖੇਤਾਂ ਵਿੱਚ ਕੰਮ ਕਰਵਾ ਰਹੇ ਸਨ, ਮਾਤ ਗੰਗਾ ਜੀ ਗਏ ਨੇ। ਕਹਿਣ ਲੱਗੇ ਪ੍ਰਸ਼ਾਦਾ ਸਾਹਮਣੇ ਰੱਖਿਆ। ਕਹਿਣ ਲੱਗੇ ਬੇਟਾ, ਕਿਉਂਕਿ ਬਾਬਾ ਬੁੱਢਾ ਜੀ ਉਮਰ ਵਿੱਚ ਭਾਵੇਂ ਬਹੁਤ ਵੱਡੇ ਸਨ, ਪਰ ਮਾਤ ਗੰਗਾ ਜੀ ਨੂੰ ਮਾਤ ਕਹਿ ਕੇ ਉਹਨਾਂ ਦੇ ਚਰਨੀ ਹੱਥ ਲਾਉਂਦੇ ਸਨ। ਤੇ ਪੁੱਛਿਆ ਸੀ ਬੇਟਾ ਪ੍ਰਸ਼ਾਦਾ ਛਕੋ। ਤੇ ਬਾਬਾ ਬੁੱਢਾ ਜੀ ਨੇ ਇਹ ਬਚਨ ਕਿਹਾ ਸੀ, ਮਾਂ ਅੱਜ ਬਹੁਤ ਭੁੱਖ ਲੱਗੀ ਸੀ। ਅਸਕਰ ਮਾਂ ਨੂੰ ਵੀ ਆਪਣੇ ਪੁੱਤ ਦਾ ਖਿਆਲ ਹੁੰਦਾ ਹੈ ਵੀ ਮੇਰਾ ਬੇਟਾ ਭੁੱਖਾ ਬੈਠਾ, ਮੈਂ ਜਾ ਕੇ ਪ੍ਰਸ਼ਾਦਾ ਛਕਾਵਾਂ। ਬਾਬਾ ਜੀ ਪ੍ਰਸ਼ਾਦਾ ਛਕਣ ਲੱਗੇ ਨੇ ਤੇ ਮਾਤਾ ਜੀ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਬਾਬਾ ਜੀ ਇੱਕ ਅਰਦਾਸ ਮੇਰੇ ਪ੍ਰਤੀ ਕਰੋ। ਤੇ ਪੁੱਛਿਆ ਮਾਂ ਕਾਹਦੀ ਅਰਦਾਸ? ਕਹਿਣ ਲੱਗੇ ਇਹ ਅਰਦਾਸ ਕਰੋ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰੋ, ਅੱਜ ਕੁੱਖ ਨੂੰ ਭਾਗ ਲਾ ਦਿਓ, ਪੁੱਤਰ ਦੀ ਦਾਤ ਬਖਸ਼ਿਓ। ਤੇ ਬਾਬਾ ਬੁੱਢਾ ਜੀ ਨੇ ਇਹ ਬਚਨ ਕਿਹਾ ਸੀ, ਮਾਂ ਪੁੱਤਰਾਂ ਦਾ ਦਾਨੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ, ਤੁਸੀਂ ਮੇਰੇ ਕੋਲ। ਤੇ ਮਾਤ ਨੇ ਇਹ ਬਚਨ ਕਿਹਾ ਸੀ। ਕਹਿ ਲੱਗੇ ਬਾਬਾ ਜੀ ਉਸੇ ਦਾਤੇ ਨੇ ਤੁਹਾਡੇ ਕੋਲ ਭੇਜਿਆ। ਤੇ ਬਾਬਾ ਜੀ ਦੇ ਨੇਤਰ ਸੇਜਲ ਹੋ ਗਏ। ਕਹਿਣ ਲੱਗੇ ਮਾਂ ਦਾਤਾਂ ਦੇਣ ਵਾਲੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਨੇ ਮੈਨੂੰ ਤੇ ਘਾਹ ਖੋਤਰਨ ਵਾਲੇ ਨੂੰ ਮਾਣ ਦਿੰਦੇ ਪਏ ਨੇ। ਸਾਡੇ ਸਿੱਖ ਵਿਦਵਾਨ ਲਿਖਦੇ ਨੇ ਬਾਬਾ ਜੀ ਪ੍ਰਸ਼ਾਦਾ ਛਕਣ ਲੱਗੇ, ਹੱਥ ਵਿੱਚ ਗੰਢਾ ਲਿਆਏ। ਇੰਨੀ ਦੇਰ ਨੂੰ ਆਕਾਸ਼ ਵਿੱਚੋਂ ਬਿਜਲੀ ਚਮਕੀ ਤੇ ਬਾਬਾ ਜੀ ਬੰਦਗੀ ਕਰਨ ਵਾਲਿਆਂ ਦੀ ਰਸਨਾ ਤੋਂ ਇਹ ਬਚਨ ਨਿਕਲੇ ਸੀ। ਕਹਿਣ ਲੱਗੇ ਮਾਂ ਭਾਰੀ ਯੋਧਾ ਪੈਦਾ ਹੋਏਗਾ ਜਿਹੜੇ ਜ਼ਾਲਮਾਂ ਦੇ ਇਸ ਤਰ੍ਹਾਂ ਸਿਰ ਭੰਨ ਦਿਆ ਕਰੇਗਾ। ਬਸ ਬੰਦਗੀ ਕਰਨ ਵਾਲਿਆਂ ਦੀ ਰਸਨਾ ਤੋਂ ਬਚਨ ਨਿਕਲੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਵਾਪਰੀਆਂ। ਅੱਜ ਸਨ 1595 ਆਇਆ ਹੈ। ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਮਾਤ ਗੰਗਾ ਜੀ, ਸਾਰਾ ਪਰਿਵਾਰ ਅੰਮ੍ਰਿਤਸਰ ਨਹੀਂ ਸੀ, ਉਹ ਛੇਹਰਟਾ ਸਾਹਿਬ ਸੀ, ਜਿਹਨੂੰ ਗੁਰੂ ਕੀ ਵਡਾਲੀ ਆਖਿਆ ਜਾਂਦਾ ਹੈ। ਇਸ ਅਸਥਾਨ ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ। ਸਨ 1606 ਆਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਦੀ ਧਰਤੀ ਤੇ ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਸ਼ਹੀਦੀ ਪ੍ਰਾਪਤ ਕੀਤੀ। ਬਸ ਉਹਨਾਂ ਦੀ ਸ਼ਹੀਦੀ ਹੋਣ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਸ ਵੇਲੇ ਉਹਨਾਂ ਦੀ 11 ਸਾਲ ਦੀ ਉਮਰ ਸੀ ਜਦੋਂ ਗੁਰਤਾ ਗੱਦੀ ਦੇ ਵਾਰਸ ਬਣੇ। ਅੱਜ ਬਾਬਾ ਬੁੱਢਾ ਜੀ ਨੇ ਮੇਰੀ ਪੀਰ ਦੀਆਂ 2 ਤਲਵਾਰਾਂ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਨ ਤੇ ਧਾਰਨ ਕੀਤੀਆਂ। ਜਿਸ ਵੇਲੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਪਹਿਲੇ ਦਿਨ ਅਕਾਲ ਬੁੰਗਾ, ਜਿਹਨੂੰ ਅੱਜ ਅਸੀਂ ਅਕਾਲ ਤਖਤ ਸਾਹਿਬ ਕਹਿੰਦੇ, ਉਦੋਂ ਬਣਿਆ ਨਹੀਂ ਸੀ। ਇਸ ਥੜੇ ਦੇ ਉੱਤੇ ਬਿਰਾਜਮਾਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ। ਕਹਿਣ ਲੱਗੇ ਸਿੱਖੋ ਜ਼ਾਲਮ ਇੰਨਾ ਜ਼ੁਲਮ ਕਰਨ ਲੱਗ ਪਿਆ ਹੈ। ਕਹਿਣ ਲੱਗੇ ਵੇਖੋ ਗੁਰੂ ਪਿਤਾ ਨੂੰ ਸ਼ਹੀਦ ਕਰ ਦਿੱਤਾ ਹੈ, ਜਦੋਂ ਪਾਣੀ ਸਿਰ ਤੋਂ ਲੰਘ ਜਾਏ ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ। ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਉਸ ਸਿੱਖ ਤੇ ਪ੍ਰਸੰਨ ਹੋਵਾਂਗੇ ਜਿਹੜਾ ਸਿੱਖ ਸਾਡੇ ਵਾਸਤੇ ਸ਼ਸਤਰ ਲੈ ਕੇ ਆਏਗਾ, ਕੀਮਤੀ ਘੋੜੇ ਲੈ ਕੇ ਆਏਗਾ, ਆਪਣੀਆਂ ਜਵਾਨੀਆਂ ਭੇਟਾ ਕਰੇਗਾ, ਉਸ ਸਿੱਖ ਤੇ ਅਸੀਂ ਪ੍ਰਸੰਨ ਹੋਵਾਂਗੇ। ਉਸ ਵੇਲੇ ਸੁਰ ਸਿੰਘ ਪਿੰਡ ਦੇ 500 ਨੌਜਵਾਨ ਉੱਠ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਖਲੋ ਗਏ ਸੀ ਤੇ ਉਹਨਾਂ ਨੇ ਬੇਨਤੀ ਕੀਤੀ ਸੀ, ਸਤਿਗੁਰੂ ਆ ਤਨ ਤੁਹਾਡੇ ਹਵਾਲੇ ਕਰਦੇ ਹਾਂ, ਬਸ 6 ਮਹੀਨਿਆਂ ਪਿੱਛੋਂ ਬਸਤਰ ਦੇ ਦਿਆ ਜੇ ਤਨ ਤੇ ਪਹਿਨਣ ਵਾਸਤੇ, 2 ਵਕਤ ਦਾ ਪ੍ਰਸ਼ਾਦਾ ਦੇ ਦਿਆ ਜੇ, ਜਿੱਥੇ ਚਾਹੋ ਆ ਸਾਡੀ ਜਵਾਨੀ ਨੂੰ ਤੁਸੀਂ ਵਰਤ ਸਕਦੇ ਹੋ। ਖੈਰ ਸਮਾਂ ਬਦਲਿਆ ਗੁਰਮੁਖੋ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਹਿੰਦੇ, ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਇਹਦੇ ਅਰਥ ਬਣਦੇ ਨੇ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਸਿੱਖਾ ਤੂੰ ਭਾਵਨਾ ਵਿੱਚ, ਪ੍ਰੇਮ ਵਿੱਚ ਭਿੱਜ ਕੇ ਜਿੱਥੇ ਗੁਰੂ ਨੂੰ ਯਾਦ ਕਰੇਗਾ, ਮੇਰੇ ਸਤਿਗੁਰੂ ਉੱਥੇ ਆਣ ਕੇ ਤੇਰੀ ਸਹਾਇਤਾ ਕਰਨ। ਜੋ ਗੁਰੂ ਕੋਲ ਮੰਗੇਗਾ, ਮੇਰੇ ਸਤਿਗੁਰੂ ਉਹ ਦਾਤ ਤੇਰੀ ਝੋਲੀ ਵਿੱਚ ਪਾਉਣਗੇ। ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤੁਸੀਂ ਆਗਮਨ ਪੁਰਬ ਦੇ ਸੰਬੰਧ ਵਿੱਚ ਜੁੜੇ ਹੋ। ਉਹਨਾਂ ਦੇ ਜੀਵਨ ਕਾਲ ਵਿੱਚੋਂ ਮੈਂ ਸਮੇਂ ਨੂੰ ਮੁੱਖ ਰੱਖਦਿਆਂ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੁੰਦਾ। ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕੋਈ ਯਾਦ ਕਰਦਾ ਹੈ ਭਾਵਨਾ ਦੇ ਨਾਲ, ਮੇਰੇ ਸਤਿਗੁਰੂ ਉੱਥੇ ਜਾ ਕੇ ਰਹਿਮਤਾਂ ਵਰਤਾਉਂਦੇ ਨੇ। 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲੜੀਆਂ ਨੇ ਤੇ 4 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਹਾਲਾਂਕਿ ਜਦੋਂ ਅਸੀਂ ਮਹਾਰਾਜ ਜੀ ਦੀ ਜੰਗਾਂ ਨੂੰ ਵੇਖਦੇ ਹਾਂ ਤੇ ਕਹਿੰਦੇ ਉਹ ਤੇ ਗੁਰੂ ਆਪਣੇ ਤਨ ਤੇ ਸ਼ਸਤਰ ਧਾਰਨ ਕਰਦਾ ਹੈ, ਉਹ ਪ੍ਰੇਮ ਵਾਲਿਆਂ ਨੂੰ ਪ੍ਰੇਮ ਵੀ ਕਰਦਾ ਹੈ। ਤੇ ਸਿੱਖ ਵਿਦਵਾਨ ਕਹਿੰਦੇ ਨੇ, ਹਾਂ, ਕੱਲੀਆਂ ਤਲਵਾਰਾਂ ਨੂੰ ਨਾ ਵੇਖ, ਮੇਰੇ ਸਤਿਗੁਰੂ ਦੇ ਅੰਦਰ ਦੇ ਹਿਰਦੇ ਨੂੰ ਵੇਖ। ਜਿੰਨਾ ਪ੍ਰੇਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸੇਵਕ ਨੂੰ ਕਰਦੇ ਨੇ, ਉਹਨਾਂ ਪ੍ਰੇਮ ਤੇ ਸੰਸਾਰ ਵਿੱਚ ਕੋਈ ਨਹੀਂ ਜੇ ਕਰਦਾ। ਇੱਕ ਘਟਨਾ ਦਾ ਜ਼ਿਕਰ ਜਿਹੜੇ ਸਾਡੇ ਸਿੱਖ ਵਿਦਵਾਨ ਲਿਖਦੇ ਨੇ, ਜਿਹੜੀ ਪਹਿਲੀ ਜੰਗ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਈ ਸੀ ਨਾ, ਉਸ ਜੰਗ ਦੇ ਵਿੱਚ ਬੇਅੰਤ ਸਿੰਘ ਜਿਹੜੇ ਸਨ ਸ਼ਹੀਦ ਹੋ ਗਏ ਨੇ। ਕਹਿ ਲਗੇ 2 ਸਿੱਖ ਜਿਹੜੇ ਸਨ ਜਿਨ੍ਹਾਂ ਨੇ ਉਸ ਇੰਜ ਕਹਿ ਲਈਏ ਵੀ ਸ਼ਾਹਜਹਾਨ ਬਾਦਸ਼ਾਹ ਦੇ ਫੌਜਾਂ ਦਾ ਟਾਕਰਾ ਕੀਤਾ, ਗੁਰੂ ਦੇ ਕੋਲ ਤੱਕ ਨਹੀਂ ਸੀ ਪਹੁੰਚਣ ਦਿੱਤਾ। ਉਹ 2 ਸਿੱਖ ਸਨ, ਭਾਈ ਮੋਹਣ ਤੇ ਭਾਈ ਗੋਪਾਲ ਜੀ। ਵੇਖੋ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਦੀ ਭਾਵਨਾ ਨੂੰ ਵੇਖ ਕੇ ਉਹਨਾਂ ਤੇ ਕਿੰਨੀਆਂ ਕੁ ਬਖਸ਼ਿਸ਼ਾਂ ਕਰਦੇ ਨੇ, ਕਿੰਨੀਆਂ ਕੁ ਰਹਿਮਤਾਂ ਕਰਦੇ ਨੇ। ਕਹਿ ਲਗੇ ਜਦੋਂ ਜੰਗ ਹੋਈ ਨਾ, ਇਹ ਦੋਨੇ ਸਿੱਖ ਜ਼ਖਮੀ ਹੋ ਗਏ। ਜਿਸ ਵੇਲੇ ਜੰਗ ਸਮਾਪਤੀ ਹੋਈ, ਸਤਿਗੁਰੂ ਜਿੱਤੇ ਤੇ ਜਿਹੜੇ ਸਿੱਖ ਬਚੇ ਸਨ, ਜਿਹੜੇ ਸ਼ਹੀਦ ਹੋ ਗਏ ਨੇ, ਉਹਨਾਂ ਦੇ ਸਰੀਰਾਂ ਨੂੰ ਚੁੱਕ ਚੁੱਕ ਕੇ ਉਹਨਾਂ ਦੀ ਸੰਭਾਲ ਕਰ ਰਹੇ ਸਨ। ਜਿਹੜੇ ਜ਼ਖਮੀ ਹੋ ਗਏ ਸਨ, ਮਹਾਰਾਜ ਜੀ ਕਹਿਣ ਲੱਗੇ ਸਾਡੇ ਨੇੜੇ ਲੈ ਕੇ ਆਓ। ਕਹਿਣ ਲੱਗੇ ਉਹਨਾਂ ਦੀ ਅਸੀਂ ਆਪ ਸੇਵਾ ਕਰਾਂਗੇ, ਉਹਨਾਂ ਦੇ ਤਨ ਦੀ ਸੰਭਾਲ ਕਰਾਂਗੇ। ਇਸੇ ਤਰ੍ਹਾਂ ਸਿੱਖਾਂ ਨੇ ਜਦੋਂ ਇਹਨਾਂ 2 ਸਿੱਖਾਂ ਦੇ ਸਰੀਰਾਂ ਨੂੰ ਚੁੱਕਿਆ, ਭਾਈ ਮੋਹਣ ਤੇ ਭਾਈ ਗੋਪਾਲ, ਸਤਿਗੁਰਾਂ ਦੇ ਕੋਲ ਲੈ ਕੇ ਗਏ। ਤਨ ਦੇ ਉੱਤੇ ਫੱਟ ਬਹੁਤ ਸਨ, ਅੰਤਲਾ ਸਮਾਂ ਸੀ ਇਹਨਾਂ ਦਾ। ਮੇਰੇ ਸਤਿਗੁਰੂ ਆਪ ਇਹਨਾਂ ਦੇ ਕੋਲ ਥੱਲੇ ਬੈਠੇ, ਇਹਨਾਂ ਸਿੱਖਾਂ ਦੇ ਦੋਵਾਂ ਨੂੰ ਸਿਰਾਂ ਨੂੰ ਚੁੱਕ ਕੇ ਆਪਣੀ ਗੋਦੀ ਵਿੱਚ ਰੱਖਿਆ ਤੇ ਬਚਨ ਇਹ ਕਹਿ ਦਿੱਤਾ ਸੀ, ਭਾਈ ਮੋਹਣ, ਭਾਈ ਗੋਪਾਲ, ਅੱਜ ਗੁਰੂ ਵਾਸਤੇ ਆਪਣਾ ਤਨ ਕੁਰਬਾਨ ਕਰ ਚੱਲੇ ਜੇ। ਅੱਜ ਜੋ ਮੰਗੋਗੇ ਤੁਹਾਡੀ ਝੋਲੀ ਵਿੱਚ ਮੈਂ ਦਾਤ ਪਾਵਾਂਗਾ। ਤੇ ਉਹ ਸਿੱਖ ਕਹਿਣ ਲੱਗੇ, ਮਹਾਰਾਜ ਜੋ ਮੰਗਿਆ ਸੀ ਸਾਨੂੰ ਮਿਲ ਗਿਆ। ਮਹਾਰਾਜ ਕਹਿਣ ਲੱਗੇ, ਕੀ ਮੰਗਿਆ ਸੀ ਤੇ ਕੀ ਮਿਲਿਆ ਹੈ, ਉਹਦਾ ਸਾਨੂੰ ਵੀ ਦੱਸੋ, ਕਿਉਂਕਿ ਮੈਂ ਤੇ ਹੁਣ ਹੀ ਤੁਹਾਡੇ ਕੋਲ ਆਇਆ। ਤੇ ਸਿੱਖ ਕਹਿਣ ਲੱਗੇ, ਮਹਾਰਾਜ ਅਸੀਂ ਬਚਪਨ ਵਿੱਚ ਇੱਕੋ ਪਿੰਡ ਵਿੱਚ ਰਹਿਣ ਵਾਲੇ ਤੇ ਇਕੱਠੇ ਖੇਡਦੇ ਹੁੰਦੇ ਸਾਂ। ਕਹਿਣ ਲੱਗੇ ਜਵਾਨੀ ਦਾ ਸਮਾਂ ਆਇਆ, ਅਸੀਂ ਇਕੱਠੇ ਜੀਵਨ ਬਤੀਤ ਕੀਤਾ। ਜਦੋਂ ਤੁਹਾਡਾ ਹੁਕਮ ਹੋਇਆ, ਇਕੱਠਿਆਂ ਨੇ ਸ਼ਸਤਰ ਧਾਰਨ ਕੀਤੇ, ਤੁਹਾਡੇ ਚਰਨ ਸ਼ਰਨ ਦੇ ਵਿੱਚ ਆਏ, ਇੱਕ ਅਰਦਾਸ ਕੀਤੀ ਸੀ, ਹੇ ਗੁਰੂ ਗੋਬਿੰਦ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬਚਪਨ ਇਕੱਠਿਆਂ ਦਾ ਬੀਤਿਆ, ਜਵਾਨੀ ਇਕੱਠਿਆਂ ਦੀ ਬੀਤੀ, ਤੇਰੇ ਘਰ ਦੇ ਵਿੱਚ ਇਕੱਠੇ ਆਏ ਆ। ਇੱਕ ਸਾਡੀ ਮੰਗ ਹੈ, ਜਦੋਂ ਸੰਸਾਰ ਵਿੱਚੋਂ ਜਾਈਏ ਅਸੀਂ ਇਕੱਠੇ ਜਾਈਏ। ਤੇ ਇੱਕ ਮੰਗ ਸੀ, ਜਦੋਂ ਸੰਸਾਰ ਵਿੱਚੋਂ ਜਾਈਏ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਅੰਤਲੇ ਸਮੇਂ ਇਹਨਾਂ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਕਰਦੇ ਹੋਈਏ। ਕਹਿ ਲੱਗੇ ਇਹ ਸਾਡੀ ਮੰਗ ਸੀ, ਅੱਜ ਉਹ ਸਾਡੀ ਮੰਗ ਪੂਰੀ ਹੋ ਗਈ। ਇਕੱਠੇ ਤੁਹਾਡੀ ਸੰਗਤ ਵਿੱਚ ਰਹੇ ਹਾਂ, ਬਾਣੀ ਪੜ੍ਹਦੇ ਰਹੇ ਹਾਂ, ਇਕੱਠਿਆਂ ਨੇ ਜ਼ੁਲਮਾਂ ਦਾ ਨਾਸ਼ ਕੀਤਾ ਹੈ। ਅੱਜ ਅੰਤਲਾ ਸਮਾਂ ਆ ਗਿਆ, ਦੋਨੇ ਸੰਸਾਰ ਵਿੱਚੋਂ ਇਕੱਠੇ ਚੱਲੇ ਹਾਂ ਤੇ ਜਿਹੜੀ ਮੰਗ ਮੰਗੀ ਸੀ, ਅੱਜ ਤੁਹਾਡੇ ਦਰਸ਼ਨ ਵੀ ਕਰਦੇ ਪਏ। ਮੇਰੇ ਸਤਿਗੁਰੂ ਇੰਨੇ ਪ੍ਰਸੰਨ ਹੋਏ, ਕਹਿ ਲੱਗੇ, ਸਿੱਖੋ ਜੇ ਇਹ ਮੰਗ ਮੰਗੀ ਹੋ ਵੀ ਅੰਤਲੇ ਸਮੇਂ ਗੁਰੂ ਦੇ ਦਰਸ਼ਨ ਹੁੰਦੇ ਹੋਣ, ਅਸੀਂ ਸੰਸਾਰ ਵਿੱਚੋਂ ਜਾਈਏ, ਜਿਹੜੇ ਅੰਤਲੇ ਸਮੇਂ ਗੁਰੂ ਦੇ ਦਰਸ਼ਨ ਕਰਦੇ ਨੇ, ਕਹਿਣ ਲੱਗੇ ਉਹਨਾਂ ਦਾ ਲੋਕ ਵੀ ਸੁਖੀ ਹੁੰਦਾ ਹੈ ਤੇ ਉਹਨਾਂ ਦਾ ਪਰਲੋਕ ਵੀ ਸੁਖੀ ਹੁੰਦਾ ਹੈ। ਇਹ ਪਹਿਲੀ ਘਟਨਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਜਿਹੜੇ ਭਾਵਨਾ ਵਿੱਚ ਭਿੱਜ ਕੇ ਅੱਜ ਰਾਜ ਭਾਗ ਨਹੀਂ ਮੰਗਦੇ ਪਏ। ਕਹਿਣ ਲੱਗੇ ਬਸ ਇੱਕੋ ਮੰਗ ਸੀ, ਦਾਤਿਆ ਸ਼ਹੀਦੀ ਤੇਰੇ ਘਰ ਦੇ ਵਿੱਚ ਹੋਵੇ ਤੇ ਤੇਰੇ ਘਰ ਦੇ ਵਿੱਚ ਸ਼ਹੀਦ ਹੋਵਾਂਗੇ, ਸਦਾ ਵਾਸਤੇ ਤੇਰੀ ਗੋਦ ਮਿਲ ਜਾਏਗੀ। ਬੇਅੰਤ ਉਦਾਹਰਨਾਂ ਹੋਰ ਨੇ ਪ੍ਰੇਮ ਵਿੱਚ ਭਿੱਜ ਕੇ, ਜਿਹੜੀਆਂ ਸਿੱਖ ਵਿਦਵਾਨਾਂ ਨੇ ਲਿਖੀਆਂ ਨੇ। ਕਹਿ ਲਗੇ ਇੱਕ ਹੋਰ ਘਟਨਾ ਜਿੱਥੋਂ ਪਤਾ ਲੱਗਦਾ ਹੈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖ ਤੇ ਕਿੰਨਾ ਕੁ ਤਰੁੱਠਦੇ ਨੇ।
ਕੋ ਭਿੱਜ ਕੇ ਪ੍ਰੇਮ ਵਿੱਚ ਮਹਾਰਾਜ ਜੀ ਨੂੰ ਯਾਦ ਕਰੇ, ਮਹਾਰਾਜ ਉੱਥੇ ਪਹੁੰਚ ਕੇ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਨੇ। ਅੱਜ ਜਿਸ ਵੇਲੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮਹਾਰਾਜ ਜੀ 52 ਰਾਜਿਆਂ ਨੂੰ ਰਿਹਾ ਕਰਕੇ ਵਾਪਸ ਦਿੱਲੀ ਆਉਂਦੇ ਪਏ ਨੇ, ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਰੁਕੇ ਸੀ ਤੇ ਕਹਿਣ ਲੱਗੇ ਉੱਥੇ ਮਹਾਰਾਜ ਜੀ ਦੇ ਨਾਲ ਜਹਾਂਗੀਰ ਬਾਦਸ਼ਾਹ ਵੀ ਸੀ। ਇੱਕ ਪਾਸੇ ਜਹਾਂਗੀਰ ਬਾਦਸ਼ਾਹ ਦਾ ਤੰਬੂ ਲੱਗਾ, ਦੂਸਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤੰਬੂ ਲੱਗਾ। ਜਹਾਂਗੀਰ ਬਾਦਸ਼ਾਹ ਨੇ ਇੱਕ ਸਮੇਂ ਸਵਾਲ ਕੀਤਾ ਸੀ, ਮਹਾਰਾਜ ਮੈਨੂੰ ਲੋਕੀ ਸੰਸਾਰ ਦੇ ਵਿੱਚ ਬਾਦਸ਼ਾਹ ਕਹਿੰਦੇ ਨੇ, ਪਰ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ। ਕਹਿਣ ਲੱਗੇ ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਕਹਿਣ ਲੱਗੇ ਬਾਦਸ਼ਾਹ ਸਮਾਂ ਆਏਗਾ, ਇਹਦਾ ਜਵਾਬ ਤੈਨੂੰ ਅਸੀਂ ਜ਼ਰੂਰ ਦੇਵਾਂਗੇ। ਮੈਂ ਇਸ ਕਰਕੇ ਘਟਨਾ ਸਾਂਝੀ ਕਰ ਰਿਹਾ ਕਿਉਂਕਿ ਅੱਜ ਫਗਵਾੜੇ ਦੀਆਂ ਸੰਗਤਾਂ ਵੱਲੋਂ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਕਈ ਵਾਰੀ ਕਹਿੰਦੇ ਲਓ ਜੀ ਇਹ ਤੇ ਪੁਰਾਣੀਆਂ ਘਟਨਾਵਾਂ ਨੇ, ਇੱਕ ਬਚਨ ਚੇਤੇ ਰੱਖਿਆ ਜੇ, ਗੁਰੂ ਦੀਆਂ ਸਾਖੀਆਂ ਕਦੀ ਪੁਰਾਣੀਆਂ ਨਹੀਂ ਹੁੰਦੀਆਂ, ਗੁਰੂ ਦੀ ਬਾਣੀ ਕਦੀ ਪੁਰਾਣੀ ਨਹੀਂ ਹੁੰਦੀ। ਉਹ ਸਿੱਖਾ ਪ੍ਰੇਮ ਵਿੱਚ ਭੇਜ ਕੇ ਤੂੰ ਰੋਜ਼ ਗੁਰੂ ਦੀਆਂ ਕਥਾ ਕਹਾਣੀਆਂ ਸੁਣਿਆ ਕਰ, ਰੋਜ਼ ਤੈਨੂੰ ਅੰਦਰੋਂ ਨਵਾਂ ਹੁਲਾਰਾ ਮਿਲੇ। ਕਦੀ ਨਾ ਕਹੀਏ ਵੀ ਇਤਿਹਾਸ ਪੁਰਾਣਾ ਹੋ ਗਿਆ, ਨਾ ਬਾਣੀ ਪੁਰਾਣੀ ਹੁੰਦੀ ਜੇ ਨਾ ਗੁਰੂ ਦਾ ਇਤਿਹਾਸ ਪੁਰਾਣਾ ਹੁੰਦਾ। ਕਹਿ ਲੱਗੀ ਅੱਜ ਸਮਾਂ ਆਇਆ, ਇਸੇ ਇਲਾਕੇ ਵਿੱਚ ਇੱਕ ਗਰੀਬ ਸਿੱਖ ਸੀ, ਉਹਨੇ ਕਿਸੇ ਸਿੱਖਾਂ ਦੇ ਕੋਲੋਂ ਮਹਾਰਾਜ ਜੀ ਦੀ ਵਡਿਆਈ ਸੁਣੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਤੇ ਰਹਿਮਤਾਂ ਦਾ ਮੀਂਹ ਵਰਸਾ ਦਿੰਦੇ ਨੇ। ਉਹ ਕਹਿਣ ਲੱਗੇ ਵੀ ਚਲੋ ਮੇਰੇ ਕੋਲ ਅੰਮ੍ਰਿਤਸਰ ਤੇ ਜਾਇਆ ਨਹੀਂ ਜਾਣਾ, ਜਦੋਂ ਕਿਤੇ ਗੁਰੂ ਸਾਹਿਬ ਇੱਧਰ ਆਉਣਗੇ ਮੈਂ ਉਹਨਾਂ ਦੇ ਦਰਸ਼ਨ ਕਰ ਲਵਾਂਗਾ। ਉਸ ਸਿੱਖ ਦੇ ਕੋਲ ਘਰ ਦੇ ਵਿੱਚ ਧਨ ਦੌਲਤ ਨਹੀਂ ਸੀ, ਗਰੀਬ ਸਿੱਖ ਸੀ, ਘਾਹ ਵੱਢ ਕੇ ਗੁਜ਼ਾਰਾ ਕਰਨ ਵਾਲਾ। ਉਹਨੇ ਸੋਚਿਆ ਜਦੋਂ ਜਿਹਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਇਲਾਕੇ ਵਿੱਚ ਆਉਣਗੇ, 1 ਟਕਾ ਕਮਾ ਕੇ ਰੱਖਿਆ ਸੀ। ਕਹਿਣ ਲੱਗੀ ਇਹ ਗੁਰੂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਾਂਗਾ। ਅੱਜ ਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਰਹੇ, ਆਪਣੇ ਘਰ ਦੇ ਵਿੱਚੋਂ ਘਾਹ ਦੀ ਪੰਡ ਲੈ ਕੇ ਤੁਰਿਆ, 1 ਟਕਾ ਆਪਣੀ ਜੇਬ ਵਿੱਚ ਪਾ ਕੇ ਤੁਰਿਆ। ਤੇ ਜਿਸ ਵੇਲੇ ਆਇਆ ਉਹਨੇ ਇਹ ਬਚਨ ਕਹਿ ਦਿੱਤੇ ਸੀ, ਉਹਨੂੰ ਪਤਾ ਸੀ ਵੀ ਮਹਾਰਾਜ ਜੀ ਨੂੰ ਲੋਕ ਸੱਚੇ ਪਾਤਸ਼ਾਹ ਕਹਿੰਦੇ ਨੇ, ਹਜੂਰ ਦੇ ਦਰਸ਼ਨ ਨਹੀਂ ਸਨ ਕੀਤੇ। ਜਦੋਂ ਅੱਜ ਇਸ ਪਾਸੇ ਆਇਆ ਤੇ ਉਸ ਵੇਲੇ ਜਹਾਂਗੀਰ ਬਾਦਸ਼ਾਹ ਦੇ ਤੰਬੂ ਵੱਲ ਤੁਰ ਪਿਆ, ਜਿੱਥੇ ਬਾਹਰ ਉਹਦੇ ਪਹਿਰੇਦਾਰ ਖਲੋਤੇ ਸਨ। ਉਹਨਾਂ ਨੂੰ ਜਾ ਕੇ ਕਹਿਣ ਲੱਗਾ ਵੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ। ਉਹਨਾਂ ਵੇਖਿਆ ਵੀ ਗਰੀਬ ਜਿਹਾ ਬੰਦਾ, ਸੱਚੇ ਪਾਤਸ਼ਾਹ ਤੇ ਜਹਾਂਗੀਰ ਬਾਦਸ਼ਾਹ ਹੀ ਹੈ ਨਾ, ਇਹਨੇ ਕੁਝ ਮੰਗਣਾ ਹੋਣਾ। ਉਹ ਸਿੱਖ ਨੂੰ ਕਹਿਣ ਲੱਗੇ ਵੀ ਉਹ ਸਾਹਮਣੇ ਬਾਦਸ਼ਾਹ ਆਪਣੇ ਤਖਤ ਤੇ ਬੈਠੇ ਤੰਬੂ ਦੇ ਵਿੱਚ, ਜਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲਾ। ਜਿਸ ਵੇਲੇ ਸਿੱਖ ਗਿਆ ਹੈ ਵੇਖਿਆ ਵੀ ਵਾਕਿਆ ਹੀ ਉਸ ਰੂਪ ਜਿਹੜਾ ਸਿੱਖਾਂ ਦਾ ਦੱਸਿਆ ਸੀ, ਸਿੱਖਾਂ ਦਾ ਵੀ ਮਹਾਰਾਜ ਤਨ ਤੇ ਸ਼ਸਤਰ ਧਾਰਨ ਕਰਦੇ ਨੇ, ਸੀਸ ਤੇ ਕਲਗੀ ਸਜਾਉਂਦੇ ਨੇ। ਜਹਾਂਗੀਰ ਬਾਦਸ਼ਾਹ ਦਾ ਲਿਬਾਸ ਵੀ ਇਹੋ ਜਿਹਾ, ਕਿਉਂਕਿ ਬਾਦਸ਼ਾਹ ਸੀ, ਤਨ ਤੇ ਸ਼ਸਤਰ ਧਾਰਨ ਕੀਤੇ, ਸੀਸ ਤੇ ਉਹਨੇ ਵੀ ਸਿਰ ਤੇ ਕਲਗੀ ਲਗਾ ਛੱਡੀ। ਸਿੱਖ ਨੇ ਘਾਹ ਦੀ ਪੰਡ ਅੱਗੇ ਰੱਖੀ, 1 ਟਕਾ ਬਾਦਸ਼ਾਹ ਦੇ ਪੈਰਾਂ ਵਿੱਚ ਰੱਖ ਕੇ ਮੱਥਾ ਟੇਕਿਆ ਤੇ ਬਚਨ ਕਹਿ ਦਿੱਤੇ, ਸੱਚੇ ਪਾਤਸ਼ਾਹ ਮੇਰਾ ਲੋਕ ਤੇ ਪਰਲੋਕ ਸਵਾਰ ਦੇ। ਬਾਦਸ਼ਾਹ ਨੇ ਜਦੋਂ ਬਚਨ ਸੁਣੇ ਕਹਿਣ ਲੱਗੇ ਲੋਕ ਤੇ ਪਰਲੋਕ, ਇਹ ਮੈਂ ਕਿਵੇਂ ਸਵਾਰ ਸਕਦਾ? ਉਹਨੂੰ ਪਤਾ ਲੱਗਾ ਵੀ ਇਹ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ। ਉਹ ਸਿੱਖ ਨੂੰ ਕਹਿਣ ਲੱਗਾ, ਜਹਾਂਗੀਰ ਬਾਦਸ਼ਾਹ ਸਿੱਖਾ ਤੂੰ ਭੁਲੇਖੇ ਨਾਲ ਇੱਥੇ ਆ ਗਿਆ, ਮੈਂ ਤੇਰਾ ਸੱਚੇ ਪਾਤਸ਼ਾਹ ਨਹੀਂ, ਮੈਂ ਤੇ ਦੁਨੀਆ ਦਾ ਬਾਦਸ਼ਾਹ। ਸਿੱਖ ਨੇ ਸੁਣਿਆ ਤੂੰ ਦੁਨੀਆ ਦਾ ਬਾਦਸ਼ਾਹ, ਉਸੇ ਵੇਲੇ ਪੰਡ ਚੁੱਕੀ, 1 ਟਕਾ ਚੁੱਕਿਆ ਤੇ ਵਾਪਸ ਤੁਰਨ ਲੱਗਾ। ਉਹ ਰਾਜੇ ਨੇ ਵੇਖਿਆ ਵੀ ਮੇਰੀ ਤੁਹੀਨ ਬੜੀ, 1 ਟਕਾ ਰੱਖ ਕੇ ਚੁੱਕ ਲਿਆ ਇਹਨੇ। ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ, ਕਹਿਣ ਲੱਗੇ ਇਹਨੂੰ ਫੜ ਕੇ ਮੇਰੇ ਸਾਹਮਣੇ ਲਿਆਓ। ਉਸੇ ਵੇਲੇ ਸਿੱਖ ਨੂੰ ਫੜ ਕੇ ਲਿਆਂਦਾ। ਕਹਿਣ ਲੱਗੇ ਸਿੱਖਾ ਮੈਂ ਦੁਨੀਆ ਦਾ ਬਾਦਸ਼ਾਹ, 1 ਟਕੇ ਦੀ ਕੋਈ ਵੈਲਿਊ ਨਹੀਂ ਮੇਰੇ ਸਾਹਮਣੇ, ਪਰ ਤੂੰ ਮੇਰੇ ਸਾਹਮਣੇ 1 ਟਕਾ ਰੱਖ ਕੇ ਚੁੱਕ ਲਿਆ, ਇਹ ਮੇਰੀ ਤੁਹੀਨ ਹੈ? ਕਹਿਣ ਲੱਗੇ ਟਕਾ ਰੱਖ ਦੇ, ਇਹਦੇ ਬਦਲੇ ਮੈਂ ਤੈਨੂੰ 1 ਮੋਹਰਾਂ ਦਾ ਥਾਲ ਦੇ ਦਿੰਨਾ, ਤੂੰ ਸੱਚੇ ਪਾਤਸ਼ਾਹ ਨੂੰ ਉਹ ਭੇਟਾ ਕਰਦੀ। ਸਿੱਖ ਕਹਿਣ ਲੱਗਾ ਬਾਦਸ਼ਾਹ ਮੈਂ ਆਪਣੇ ਗੁਰੂ ਨੂੰ 10 ਨੌਵਾਂ ਦੀ ਕਿਰਤ ਕਮਾਈ ਭੇਟਾ ਕਰਨੀ ਹੈ, ਤੇਰੀਆਂ ਮੋਹਰਾਂ ਨਹੀਂ। ਉਹਨੇ ਵੇਖਿਆ ਵੀ ਸਿੱਖ ਮੰਨ ਨਹੀਂ ਰਿਹਾ, ਦੂਸਰਾ ਬਚਨ ਕਹਿ ਦਿੱਤਾ। ਕਹਿਣ ਲੱਗੇ ਸਿੱਖਾ ਟਕਾ ਰੱਖ ਦੇ, ਮੇਰੀ ਇੱਜ਼ਤ ਦਾ ਸਵਾਲ ਹੈ, 1 ਪਿੰਡ ਦੀ ਜ਼ਗੀਰ ਤੇਰੇ ਨਾਮ ਲਵਾ ਦਿਆਂਗਾ, ਤੇਰੀ ਗਰੀਬੀ ਕੱਟੀ ਜਾਏਗੀ। ਛੱਡ ਉਸ ਗੁਰੂ ਕੋਲ ਕੀ ਮਿਲਣਾ? ਗੁਰੂ ਨੇ ਤੇ ਇਹ ਕਹਿਣਾ ਨਾ ਜਾ ਸਿੱਖਾ ਤੂੰ ਸੁਖੀ ਰਹੇ, ਉਹ ਕੀ ਦੇਣ ਜੋਗਾ? ਮੈਂ ਤੈਨੂੰ ਜ਼ਗੀਰ ਦੇ ਦਿਆਂਗਾ। ਸਿੱਖ ਕਹਿਣ ਲੱਗਾ ਦੁਨੀਆ ਦੇ ਬਾਦਸ਼ਾਹ ਮੈਨੂੰ ਤੇਰੀਆਂ ਜ਼ਗੀਰਾਂ ਨਹੀਂ ਚਾਹੀਦੀਆਂ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਚਾਹੀਦੀ। ਬੜਾ ਲਾਲਚ ਦਿੱਤਾ, ਸਿੱਖ ਵਿਕਿਆ ਨਹੀਂ, ਟਕਾ ਚੁੱਕਿਆ
ਘਾਹ ਦੀ ਪੰਡ ਚੁੱਕੀ, ਸਿੱਧਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤੰਬੂ ਵੱਲ ਤੁਰ ਪਿਆ। ਜਿਸ ਵੇਲੇ ਸਤਿਗੁਰੂ ਦੇ ਤੰਬੂ ਦੇ ਕੋਲ ਪਹੁੰਚਿਆ, ਉਧਰੋਂ ਮੇਰੇ ਦੀਨ ਦੁਨੀਆ ਦੇ ਮਾਲਕ ਆਪਣੇ ਸਿੰਘਾਸਨ ਤੋਂ ਉੱਠੇ ਨੇ। ਅੱਜ ਸਿੱਖ ਜਿਨੇ ਜ਼ਮੀਨਾਂ ਜਾਇਦਾਦਾਂ ਠੁਕਰਾ ਦਿੱਤੀਆਂ, ਮੋਹਰਾਂ ਠੁਕਰਾ ਦਿੱਤੀਆਂ, ਉਸ ਸਿੱਖ ਨੂੰ ਅੱਗੋਂ ਲੈਣ ਵਾਸਤੇ ਸਤਿਗੁਰੂ ਅੱਗੇ ਵਧੇ ਨੇ। ਜਦੋਂ ਸਤਿਗੁਰੂ ਅੱਗੇ ਆਏ ਨਾ ਤੇ ਉਧਰੋਂ ਸਿੱਖ ਅੱਗੇ ਵੱਲ ਵਧਿਆ। ਸਿੱਖ ਨੇ ਵੇਖਿਆ ਅੱਗੇ ਬਾਦਸ਼ਾਹ ਕੋਲੋਂ ਬੜੀ ਮੁਸ਼ਕਿਲ ਖਹਿੜਾ ਛੁਡਾ ਕੇ ਆਇਆ, ਇਹ ਵੀ ਕਿਤੇ ਦੁਨੀਆ ਦਾ ਬਾਦਸ਼ਾਹ ਨਾ ਹੋਵੇ, ਫੇਰ ਨਾ ਟਕਾ ਖੋਲ ਆਏ, ਮੈਂ ਤੇ ਸੱਚੇ ਪਾਤਸ਼ਾਹ ਨੂੰ ਭੇਟਾ ਕਰਨਾ। ਸਿੱਖ ਨੇ ਰਸਤਾ ਬਦਲਿਆ, ਮਹਾਰਾਜ ਜੀ ਅੱਗੇ ਆ ਗਏ। ਸਿੱਖ ਨੇ ਫੇਰ ਰਸਤਾ ਬਦਲਿਆ, ਮਹਾਰਾਜ ਫੇਰ ਅੱਗੇ ਆ ਗਏ। ਹਾਰ ਕੇ ਮੇਰੇ ਸਤਿਗੁਰਾਂ ਨੇ ਬਚਨ ਕਹਿ ਦਿੱਤਾ, ਸਿੱਖਾ ਹੁਣ ਤੇ ਸਹੀ ਰਸਤੇ ਤੁਰਿਆ ਆਉਣਾ ਹੈ, ਕਿਉਂ ਰਸਤੇ ਬਦਲੀ ਜਾਣਾ? ਬਸ ਹਜ਼ੂਰ ਦੇ ਆ ਬੋਲ ਕੰਨੀ ਪੈਣ ਦੀ ਦੇਰ ਸੀ। ਸਿੱਖ ਨੇ ਭੱਜ ਕੇ ਇੱਕ ਟਕਾ ਘਾਹ ਦੀ ਪੰਡ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ ਤੇ ਬਚਨ ਕਹਿ ਦਿੱਤੇ ਸੀ, ਦਾਤਿਆ ਮੇਰਾ ਲੋਕ ਪਰਲੋਕ ਸਹੇਲਾ ਕਰ ਦਿਓ। ਉਧਰੋਂ ਦੁਨੀਆ ਦਾ ਬਾਦਸ਼ਾਹ ਵੇਖਦਾ ਪਿਆ ਸੀ, ਇਸ ਸਿੱਖ ਨੇ ਜ਼ਮੀਨ ਠੁਕਰਾ ਦਿੱਤੀ, ਇਸ ਸਿੱਖ ਨੇ ਧਨ ਦੌਲਤ ਠੁਕਰਾ ਦਿੱਤੀ। ਅੱਜ ਮੈਂ ਵੇਖਣਾ ਚਾਹੁੰਦਾ ਇਹਦਾ ਗੁਰੂ ਇਹਨੂੰ ਕੀ ਦਿੰਦਾ, ਜਿਹੜਾ ਸਿੱਖ ਸਭ ਕੁਝ ਛੱਡ ਕੇ ਆ ਗਿਆ। ਦੁਨੀਆ ਦਾ ਬਾਦਸ਼ਾਹ ਪਿੱਛੇ ਖਲੋਤਾ ਹੈ, ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬੈਠ ਗਏ। ਮੇਰੇ ਸਤਿਗੁਰਾਂ ਨੇ ਚੁੱਕ ਕੇ ਛਾਤੀ ਨਾਲ ਲਾਇਆ, ਕਹਿਣ ਲੱਗੇ, ਸਿੱਖਾ ਤੇਰੇ ਤੋਂ ਕੁਰਬਾਨ ਜ਼ਮੀਨਾਂ ਛੱਡ ਆਏ ਹਾਂ, ਮੋਹਰਾਂ ਛੱਡ ਆਏ ਹਾਂ, ਐਸ ਹੱਥ ਵਿੱਚ ਲੋਕ ਦੇ ਸੁੱਖ, ਐਸ ਹੱਥ ਵਿੱਚ ਪਰਲੋਕ ਦੇ ਸੁੱਖ, ਤੇਰੇ ਇੱਕ ਟਕੇ ਨੂੰ ਚੁੱਕ ਕੇ ਅਸੀਂ ਖੀਸੇ ਵਿੱਚ ਪਾਇਆ, ਇਹਦੇ ਬਦਲੇ ਜੋ ਮੰਗੇਗਾ ਤੇਰੀ ਝੋਲੀ ਭਰ ਦਿਆਂਗੇ। ਸਿੱਖ ਬੜਾ ਸਿਆਣਾ ਸੀ, ਕਹਿਣ ਲੱਗਾ, ਮਹਾਰਾਜ ਅੱਜ ਕਿਰਪਾ ਦੇ ਘਰ ਦੇ ਵਿੱਚ ਆਏ ਜੇ ਲੋਕ ਦਾ ਸੁੱਖ ਦੇ ਦਿੱਤਾ, ਪਰਲੋਕ ਵਿੱਚ ਧੱਕੇ ਖਾਂਦਾ ਫਿਰਾਂਗਾ, ਪਰਲੋਕ ਦਾ ਸੁੱਖ ਦੇ ਦਿੱਤਾ, ਦੁਨੀਆ ਦੇ ਝੂਠੇ ਬਾਦਸ਼ਾਹ ਕੋਲੋਂ ਮੰਗਦਾ ਫਿਰਾਂਗਾ। ਅੱਜ ਕਿਰਪਾ ਦੇ ਘਰ ਦੇ ਵਿੱਚ ਆਏ ਜੇ ਤੇ ਸਿੱਖ ਦੀ ਝੋਲੀ ਦੋਨੇ ਸੁੱਖਾਂ ਨਾਲ ਭਰ ਦਿਓ। ਮੇਰੇ ਸਤਿਗੁਰਾਂ ਨੇ ਘੁੱਟ ਕੇ ਸੀਨੇ ਲਾ ਲਾਇਆ, ਲੋਕ ਦੇ ਸੁੱਖ ਵੀ ਸਿੱਖ ਦੀ ਝੋਲੀ ਵਿੱਚ ਇੱਕ ਟਕੇ ਬਦਲੇ। ਭਾਵੇਂ ਇਹ ਨਹੀਂ ਕਹਾਂਗੇ ਵੀ ਸਤਿਗੁਰ ਸਾਡੀਆਂ ਭੇਟਾਵਾਂ ਦੇ ਭੁੱਖੇ, ਸਤਿਗੁਰ ਸਾਡੇ ਪ੍ਰੇਮ ਦੇ ਭੁੱਖੇ ਨੇ। ਇੱਕ ਟਕਾ ਸਤਿਗੁਰਾਂ ਨੇ ਚੁੱਕ ਕੇ ਖੀਸੇ ਵਿੱਚ ਪਾਇਆ, ਉਸ ਸਿੱਖ ਦਾ ਲੋਕ ਵੀ ਸੁਖੀ ਕੀਤਾ, ਉਸ ਸਿੱਖ ਦਾ ਪਰਲੋਕ ਵੀ ਸੁਖੀ ਕੀਤਾ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਵਿੱਚ ਸਿੱਖ ਲਿਖਦੇ ਨੇ, ਸਿੱਖਾ ਐਸਾ ਗੁਰੂ ਕਿੱਥੋਂ ਲੱਭਣਾ ਜਿਹੜਾ ਆਪਣੇ ਸਿੱਖ ਦੇ ਘਾਹ ਦੀ ਪੰਡ ਤੇ ਖੁਸ਼ ਹੋ ਗਏ, ਇੱਕ ਟਕੇ ਤੇ ਖੁਸ਼ ਹੋ ਕੇ ਉਹਨੂੰ ਲੋਕ ਤੇ ਪਰਲੋਕ ਦੇ ਸੁੱਖ ਦਿੰਦਾ ਪਿਆ ਹੈ। ਐਸੇ ਗੁਰੂ ਦੇ ਚਰਨਾਂ ਨਾਲ ਜੁੜ ਜਾ, ਤੇਰਾ ਵੀ ਲੋਕ ਤੇ ਪਰਲੋਕ ਸੁਖੀ ਹੋ ਜਾਏਗਾ। ਸਤਿਗੁਰ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ। ਅੱਜ ਐਸੇ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨਪੁਰ ਬੜੀ ਪ੍ਰੇਮ ਸ਼ਰਧਾ ਭਾਵਨਾ ਨਾਲ ਮਰਾ ਰਹੇ ਜੇ। ਬਸ ਐਸੇ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀਓ। ਆਓ ਮੇਰੇ ਅਤੀ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਹਜੂਰੀ ਰਾਗੀ ਜੱਥਾ ਸਨਹੋਜੇ ਗੁਰਦੁਆਰੇ ਉਹ ਪਹੁੰਚ ਚੁੱਕੇ ਨੇ। ਉਹਨਾਂ ਦੀ ਰਸਨਾ ਤੋਂ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਸਤਿਗੁਰ ਤਰੀ ਅਵਤਾਰੀ, ਜੁਗ ਜੁਗ ਸਤਿਗੁਰ ਤਰੀ ਅਵਤਾਰੀ, ਤਰੀ ਅਵਤਾਰੀ। ਜੁਗ ਜੁਗ ਸਤਿਗੁਰ ਤਰੀ ਅਵਤਾਰੀ, ਜੁਗ ਜੁਗ ਸਤਿਗੁਰ ਤਰੀ ਅਵਤਾਰੀ, ਜੁਗ ਜੁਗ ਸਤਿਗੁਰ ਤਰੇ 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 ਅਵਤਾਰੀ।
ਪੰਜ ਪੀ ਛਟਮ ਪੀ ਬੈਠਾ ਗੁਰ ਪਾਰੀ ਛਟਮ ਪੀ ਬੈਠਾ ਗੁਰ ਪਾਰੀ ਅਰਜਨ ਕਾਇਆ ਪਲਟ ਕੇ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ 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 ਜੁਗ ਜੁਗ ਸਤਿਗੁਰ ਤਰੇ ਅਵਤਾਰੀ। ਚੱਲੀ ਪੀੜੀ ਸੋਢੀਆਂ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਦਲ ਪੰਜਨ ਗੁਰ ਸੂਰਮਾ ਵੱਡ ਜੋਧਾਵੋ ਪਰ ਉਪਕਾਰੀ ਵੱਡ ਜੋਧਾਵੋ ਪਰ ਉਪਕਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ 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 ਜੁਗ ਜੁਗ ਸਤਿਗੁਰ ਤਰੇ ਅਵਤਾਰੀ। ਪੁੱਛਣ ਸਿੱਖ ਅਰਦਾਸ ਕਰ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਤਰਸ ਨਿਹਾਰੀ ਛੇ ਮਹਿਲਾ ਤੱਕ ਤਰਸ ਨਿਹਾਰੀ ਆਗਮ ਅਗੋਚਰ ਸਤਿਗੁਰ ਬੋਲੇ ਆਗਮ ਅਗੋਚਰ ਸਤਿਗੁਰ ਬੋਲੇ ਮੁਖ ਤੇ ਸੁਣੋ ਸੰਸਾਰੀ ਮੁਖ ਤੇ ਸੁਣੋ ਸੰਸਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ 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 ਜੁਗ ਜੁਗ ਸਤਿਗੁਰ ਤਰੇ ਅਵਤਾਰੀ।
ਸਤਿਗੁਰ ਧਰੀ ਅਵਤਰੀ।